नमस्कार दोस्तों, स्वागत है तुहाडा एक बारी फिर साडे इस चैनल PSPCL न्यूज़ ते। दोस्तों, पंजाब सरकार ਦੇ ਕਰਮਚਾਰੀ ਕਾਫੀ ਲੰਬੇ ਸਮੇਂ ਤੋਂ ਪੇ ਕਮਿਸ਼ਨ ਦੀ ਉਡੀਕ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੇ ਚਰਚਾ ਕੀਤੀ ਗਈ ਹੈ ਅਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਸਰਕਾਰ ਵੱਲੋਂ 1/1/2016 ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਇਸ ਰਿਪੋਰਟ ਦੇ ਵਿੱਚ ਭੱਤਿਆਂ ਤੇ ਵੀ ਵਿਸਥਾਰ ਦੇ ਵਿੱਚ ਚਰਚਾ ਕੀਤੀ ਗਈ ਹੈ। ਜਿੱਥੇ ਪੰਜਾਬ ਸਰਕਾਰ ਦੇ ਰੈਗੂਲਰ ਕਰਮਚਾਰੀ ਆਪਣੀ ਤਨਖਾਹਾਂ ਦੇ ਵਿੱਚ ਵਾਧੇ ਦੀ ਉਡੀਕ ਕਰ ਰਹੇ ਹਨ, ਉੱਥੇ ਹੀ ਪੈਨਸ਼ਨਰ ਵੀ ਆਪਣੀ ਪੈਨਸ਼ਨਾਂ ਦੇ ਵਿੱਚ ਇਜ਼ਾਫਾ ਹੋਣ ਦੀ ਉਡੀਕ ਕਰ ਰਹੇ ਹਨ ਅਤੇ 1/1/2016 ਤੋਂ ਬਾਅਦ ਰਿਟਾਇਰ ਹੋਣ ਵਾਲੇ ਕਰਮਚਾਰੀ ਆਪਣੇ ਪੈਨਸ਼ਨਰੀ ਲਾਭਾਂ ਜਿਵੇਂ ਕਿ ਗ੍ਰੈਚੁਇਟੀ, ਲੀਵ ਇਨਕੈਸ਼ਮੈਂਟ, ਕਮਿਊਟੇਸ਼ਨ ਅਤੇ ਪੈਨਸ਼ਨ ਦੀ ਅਦਾਇਗੀ ਦੇ ਵਿੱਚ ਵਾਧਾ ਹੋਣ ਤੋਂ ਬਾਅਦ ਰਹਿੰਦਾ ਬਕਾਇਆ ਕੈਲਕੂਲੇਟ ਕਰ ਰਹੇ ਹਨ। ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਗ੍ਰੈਚੁਇਟੀ ਦੀ ਕੈਲਕੂਲੇਸ਼ਨ ਬਾਰੇ ਇੱਕ ਮੁਕੰਮਲ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਲੀਵ ਇਨਕੈਸ਼ਮੈਂਟ ਦੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੀਵ ਇਨਕੈਸ਼ਮੈਂਟ ਨੂੰ ਲੈ ਕੇ ਤੁਹਾਡੇ ਸਾਰੀ ਕਨਫਿਊਜ਼ਨਸ ਦੂਰ ਹੋ ਜਾਣਗੀਆਂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕੁਐਸਟ ਹੈ, ਜੇਕਰ ਹਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਵੋ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਨੂੰ ਮਿਲ ਸਕਣ ਅਤੇ ਸਾਰੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਲੀਵ ਇਨਕੈਸ਼ਮੈਂਟ ਦੀ ਕੈਲਕੂਲੇਸ਼ਨ ਕਰਨ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਲੀਵ ਇਨਕੈਸ਼ਮੈਂਟ ਹੁੰਦਾ ਕੀ ਹੈ। ਦੋਸਤੋ, ਕਿਸੇ ਸਰਕਾਰੀ ਕਰਮਚਾਰੀ ਵੱਲੋਂ ਆਪਣੀ ਸਾਰੀ ਸਰਵਿਸ ਦੌਰਾਨ ਜਿੰਨੇ ਸਾਲ ਇੱਕ ਸਰਕਾਰੀ ਅਦਾਰੇ ਦੇ ਵਿੱਚ ਬਿਤਾਏ ਜਾਂਦੇ ਹਨ ਉਸ ਦੇ ਹਿਸਾਬ ਨਾਲ ਕੁਝ ਦਿਨਾਂ ਦੀਆਂ ਛੁੱਟੀਆਂ ਉਸ ਕਰਮਚਾਰੀ ਦੇ ਛੁੱਟੀਆਂ ਦੇ ਖਾਤੇ ਦੇ ਵਿੱਚ ਜਮ੍ਹਾਂ ਹੁੰਦੀਆਂ ਰਹਿੰਦੀਆਂ ਹਨ, ਜਿਸ ਨੂੰ ਕਿ ਅਰਨਡ ਲੀਵ ਦਾ ਅਕਾਊਂਟ ਬੋਲਿਆ ਜਾਂਦਾ ਹੈ। ਵੱਖ-ਵੱਖ ਸਰਕਾਰੀ ਅਦਾਰਿਆਂ ਦੇ ਵਿੱਚ ਕਮਾਈ ਛੁੱਟੀ ਨੂੰ ਜਮ੍ਹਾਂ ਕਰਨ ਦੇ ਲਈ ਅਲੱਗ-ਅਲੱਗ ਕੈਲਕੂਲੇਸ਼ਨ ਯੂਜ਼ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਦੇ ਕਰਮਚਾਰੀਆਂ ਦੇ ਲਈ ਲੀਵ ਇਨਕੈਸ਼ਮੈਂਟ ਪੰਜਾਬ CSR ਤੇ ਵੋਲਿਊਮ 1 ਪਾਰਟ 1 ਨਿਯਮ 8.21 ਅਧੀਨ ਕਵਰ ਹੁੰਦਾ ਹੈ। ਪੰਜਾਬ CSR ਦੇ ਇਸ ਨਿਯਮ ਅਨੁਸਾਰ 1/1/1996 ਤੋਂ ਬਾਅਦ ਵੱਧ ਤੋਂ ਵੱਧ 300 ਦਿਨਾਂ ਦੀ ਲੀਵ ਇਨਕੈਸ਼ਮੈਂਟ ਕੋਈ ਸਰਕਾਰੀ ਕਰਮਚਾਰੀ ਕਰ ਸਕਦਾ ਹੈ। ਇਸ ਦਾ ਮਤਲਬ ਹੈ ਕਿ ਕਿਸੇ ਸਰਕਾਰੀ ਕਰਮਚਾਰੀ ਦੀ ਸਰਵਿਸ ਦੇ ਹਿਸਾਬ ਨਾਲ ਜੇਕਰ ਉਸਦੇ ਅਰਨਡ ਲੀਵ ਦੇ ਅਕਾਊਂਟ ਦੇ ਵਿੱਚ 300 ਤੋਂ ਵੱਧ ਛੁੱਟੀਆਂ ਜਮ੍ਹਾਂ ਹੁੰਦੀਆਂ ਹਨ ਤਾਂ ਉਹ ਵੱਧ ਤੋਂ ਵੱਧ 300 ਦਿਨਾਂ ਦੀ ਲੀਵ ਇਨਕੈਸ਼ਮੈਂਟ ਲੈ ਸਕਦਾ ਹੈ। ਮਤਲਬ 300 ਦਿਨਾਂ ਦੇ ਬਰਾਬਰ ਤਨਖਾਹ ਉਸ ਕਰਮਚਾਰੀ ਨੂੰ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇੱਕ ਕਰਮਚਾਰੀ ਦੇ ਛੁੱਟੀਆਂ ਦੇ ਖਾਤੇ ਦੇ ਵਿੱਚ ਵੱਧ ਤੋਂ ਵੱਧ 450 ਦਿਨਾਂ ਦੀ ਛੁੱਟੀ ਜਮ੍ਹਾਂ ਹੋ ਸਕਦੀ ਹੈ ਅਤੇ ਇਹਨਾਂ 450 ਜਮ੍ਹਾਂ ਛੁੱਟੀਆਂ ਦੇ ਵਿੱਚੋਂ ਵੱਧ ਤੋਂ ਵੱਧ 300 ਦਿਨਾਂ ਦੀ ਅਦਾਇਗੀ ਕਰਮਚਾਰੀ ਨੂੰ ਕੀਤੀ ਜਾ ਸਕਦੀ ਹੈ। ਜੇਕਰ ਕਿਸੇ ਕਰਮਚਾਰੀ ਦੀ ਸਰਵਿਸ ਦੌਰਾਨ ਡੈਥ ਹੋ ਜਾਂਦੀ ਹੈ ਤਾਂ ਉਸ ਦੇ ਅਰਨਡ ਲੀਵ ਦੇ ਖਾਤੇ ਦੇ ਵਿੱਚ ਜਮ੍ਹਾਂ ਛੁੱਟੀਆਂ ਦੇ ਬਰਾਬਰ ਤਨਖਾਹ ਦੀ ਅਦਾਇਗੀ ਉਸ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਕੀਤੀ ਜਾਵੇਗੀ। ਪੰਜਾਬ CSR ਦੇ ਰੂਲ 8.21A/2 ਅਨੁਸਾਰ ਕਿਸੇ ਵੀ ਕਰਮਚਾਰੀ ਨੂੰ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਕਿਸ਼ਤਾਂ ਦੇ ਵਿੱਚ ਨਹੀਂ ਕੀਤੀ ਜਾ ਸਕਦੀ। ਪੰਜਾਬ CSR ਦੇ ਰੂਲ ਨੰਬਰ 8.21AA ਅਨੁਸਾਰ ਜੇਕਰ ਉਸ ਕਰਮਚਾਰੀ ਦੇ ਵਿਰੁੱਧ ਕੋਈ ਡਿਪਾਰਟਮੈਂਟਲ ਇਨਕੁਆਇਰੀ ਚੱਲ ਰਹੀ ਹੋਵੇ ਤਾਂ ਉਸ ਕਰਮਚਾਰੀ ਨੂੰ ਹੋਣ ਵਾਲੀ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਰੋਕੀ ਜਾ ਸਕਦੀ ਹੈ। ਦੋਸਤੋ, ਲੀਵ ਇਨਕੈਸ਼ਮੈਂਟ ਦੀ ਰਕਮ ਦੀ ਕੈਲਕੂਲੇਸ਼ਨ ਕਰਨ ਲਈ ਇੱਕ ਫਾਰਮੂਲਾ ਹੈ ਜਿਸ ਦੇ ਵਿੱਚ ਕਰਮਚਾਰੀ ਦੀ ਲਾਸਟ ਪੇ ਦੇ ਵਿੱਚ ਬੇਸਿਕ ਪੇ ਪਲੱਸ DA ਸ਼ਾਮਿਲ ਹੈ। ਬੇਸਿਕ ਪੇ ਦੇ ਵਿੱਚ ਅੱਗੇ ਇਨੀਸ਼ੀਅਲ ਪੇ, ਗ੍ਰੇਡ ਪੇ, IR ਅਤੇ ਹੋਰ ਕਿਸੇ ਵੀ ਕਿਸਮ ਦੀ ਪੇ ਜੋ ਕਿਸੇ ਕਰਮਚਾਰੀ ਦੀ ਬੇਸਿਕ ਪੇ ਦੇ ਵਿੱਚ ਜੁੜਦੀ ਹੈ ਉਹ ਸ਼ਾਮਿਲ ਕੀਤੀ ਜਾਂਦੀ ਹੈ। ਬੇਸਿਕ ਪੇ ਦੇ ਵਿੱਚ DA ਨੂੰ ਜੋੜ ਕੇ ਇਸ ਨੂੰ ਕਰਮਚਾਰੀ ਦੇ ਛੁੱਟੀਆਂ ਦੇ ਖਾਤੇ ਦੇ ਵਿੱਚ ਜਮ੍ਹਾਂ ਛੁੱਟੀਆਂ ਦੇ ਨਾਲ ਗੁਣਾ ਕੀਤਾ ਜਾਵੇਗਾ ਜਿਸ ਦੀ ਕਿ ਵੱਧ ਤੋਂ ਵੱਧ ਵੈਲਿਊ 300 ਦਿਨ ਹੋ ਸਕਦੀ ਹੈ। ਇਸ ਤੋਂ ਬਾਅਦ ਇਸ ਨੂੰ 30 ਨਾਲ ਵੰਡਿਆ ਜਾਵੇਗਾ। ਇਸ ਤੋਂ ਬਾਅਦ ਆਪਾਂ ਇੱਕ ਐਗਜ਼ਾਮਪਲ ਦੇ ਜ਼ਰੀਏ ਇਸ ਲੀਵ ਇਨਕੈਸ਼ਮੈਂਟ ਦੀ ਕੈਲਕੂਲੇਸ਼ਨ ਨੂੰ ਸਮਝਦੇ ਹਾਂ। ਇਸ ਐਗਜ਼ਾਮਪਲ ਅਨੁਸਾਰ ਸਪੋਜ਼ ਕਰੋ ਕੋਈ ਸਰਕਾਰੀ ਕਰਮਚਾਰੀ 31 ਮਾਰਚ 2021 ਨੂੰ ਰਿਟਾਇਰ ਹੋਇਆ ਹੈ ਅਤੇ ਕਰਮਚਾਰੀ ਦੀ ਰਿਟਾਇਰਮੈਂਟ ਸਮੇਂ ਉਸ ਦੀ ਬੇਸਿਕ ਪੇ ਇਨੀਸ਼ੀਅਲ ਪੇ 19,530 ਰੁਪਏ ਹੈ ਅਤੇ ਗ੍ਰੇਡ ਪੇ 4300 ਰੁਪਏ ਹੈ। ਇਹਨਾਂ ਦੋਨਾਂ ਨੂੰ ਜੋੜਨ ਤੋਂ ਬਾਅਦ ਕਰਮਚਾਰੀ ਦੀ ਪੇ 23,830 ਰੁਪਏ ਬਣਦੀ ਹੈ। ਇਸ ਦੇ ਵਿੱਚ IR ਜੋੜਿਆ ਜਾਵੇਗਾ 5%, 23,830 ਦਾ 5% 1192 ਰੁਪਏ ਇਸ ਦੇ ਵਿੱਚ ਜੋੜਨ ਤੋਂ ਬਾਅਦ 25,022 ਰੁਪਏ ਬਣ ਜਾਂਦਾ ਹੈ। 25,022 ਦੇ ਉੱਤੇ DA ਆਪਾਂ 148% DA ਉਸ ਵੇਲੇ ਚੱਲ ਰਿਹਾ ਹੈ ਉਸ ਨੂੰ ਐਡ ਕਰਾਂਗੇ। 25,022 ਦੇ ਉੱਤੇ 148% DA 37,033 ਰੁਪਏ ਬਣ ਜਾਂਦਾ ਹੈ। ਇਹਨਾਂ ਦੋਨਾਂ ਨੂੰ ਜੋੜਨ ਤੋਂ ਬਾਅਦ ਕੁੱਲ ਰਕਮ 62,055 ਰੁਪਏ ਬਣ ਜਾਂਦੀ ਹੈ। ਇਸ ਕਰਮਚਾਰੀ ਦੇ ਛੁੱਟੀਆਂ ਦੇ ਖਾਤੇ ਦੇ ਵਿੱਚ 450 ਛੁੱਟੀ ਜਮ੍ਹਾਂ ਹੈ ਅਤੇ ਕਰਮਚਾਰੀ ਨੂੰ ਵੱਧ ਤੋਂ ਵੱਧ 300 ਦਿਨ ਦੀ ਹੀ ਅਦਾਇਗੀ ਕੀਤੀ ਜਾ ਸਕਦੀ ਹੈ। 62,055 ਰੁਪਏ ਨੂੰ 300 ਨਾਲ ਗੁਣਾ ਕਰਾਂਗੇ ਅਤੇ ਇਸ ਨੂੰ 30 ਨਾਲ ਡਿਵਾਈਡ ਕਰਾਂਗੇ ਤਾਂ ਕੁੱਲ ਰਕਮ 6,20,550 ਰੁਪਏ ਬਣ ਜਾਂਦੀ ਹੈ। ਦੋਸਤੋ, ਇਹ ਰਕਮ ਹੈ ਜੋ ਇਸ ਸਰਕਾਰੀ ਕਰਮਚਾਰੀ ਨੂੰ 300 ਦਿਨਾਂ ਦੀ ਤਨਖਾਹ ਦੇ ਬਰਾਬਰ ਦੀ ਅਦਾਇਗੀ ਕੀਤੀ ਜਾਵੇਗੀ। ਇਸ ਰਕਮ ਤੇ ਕੁਝ ਟੈਕਸ ਵੀ ਦੇਣਾ ਪੈਂਦਾ ਹੈ
ਇਨਕਮ ਟੈਕਸ ਦੇ ਸੈਕਸ਼ਨ 10.10 AA ਅਨੁਸਾਰ ਕਿਸੇ ਸਟੇਟ ਜਾਂ ਸੈਂਟਰਲ ਗਵਰਨਮੈਂਟ ਦੇ ਕਿਸੇ ਵੀ EMPLOYEE ਨੂੰ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਤੇ ਕੋਈ ਵੀ ਟੈਕਸ ਨਹੀਂ ਦੇਣਾ ਪੈਂਦਾ। ਇਸ ਤੋਂ ਇਲਾਵਾ ਕਿਸੇ ਬੋਰਡ ਜਾਂ ਕਿਸੇ ਕਾਰਪੋਰੇਸ਼ਨ ਦੇ ਅਧੀਨ ਕੰਮ ਕਰਨ ਵਾਲੇ ਸਰਕਾਰੀ ਕਰਮਚਾਰੀ ਨੂੰ 3 ਲੱਖ ਤੱਕ ਦੀ ਲੀਵ ਇਨਕੈਸ਼ਮੈਂਟ ਦੀ ਰਕਮ ਤੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਦੇਣਾ ਪੈਂਦਾ। ਇਸ ਤੋਂ ਬਾਅਦ ਦੀ ਰਕਮ ਤੇ ਇਨਕਮ ਟੈਕਸ ਦੇ ਨਿਯਮਾਂ ਦੇ ਅਨੁਸਾਰ ਕਰਮਚਾਰੀ ਨੂੰ ਟੈਕਸ ਦੇਣਾ ਪਵੇਗਾ। ਕਿਸੇ ਕਰਮਚਾਰੀ ਦੀ ਮੌਤ ਹੋ ਜਾਣ ਤੇ ਉਸ ਦੇ ਪਰਿਵਾਰ ਨੂੰ ਲੀਵ ਇਨਕੈਸ਼ਮੈਂਟ ਦੀ ਰਕਮ ਤੇ ਕਿਸੇ ਤਰ੍ਹਾਂ ਦਾ ਕੋਈ TDS ਜਾਂ ਇਨਕਮ ਟੈਕਸ ਨਹੀਂ ਦੇਣਾ ਪੈਂਦਾ। ਦੋਸਤੋ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 6ਵੇਂ ਪੇ ਕਮਿਸ਼ਨ ਦੀ। ਪੰਜਾਬ ਸਰਕਾਰ ਨੇ 6ਵਾਂ ਪੇ ਕਮਿਸ਼ਨ 1 ਜੁਲਾਈ 2021 ਤੋਂ ਲਾਗੂ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਅਤੇ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ 1/1/2016 ਤੋਂ ਲਾਗੂ ਹੋਣਗੀਆਂ। ਇਸ ਦਾ ਮਤਲਬ ਹੈ ਕਿ 1/1/2016 ਤੋਂ ਬਾਅਦ ਰੈਗੂਲਰ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਰ ਦੀਆਂ ਪੈਨਸ਼ਨਾਂ ਦੇ ਵਿੱਚ ਵਾਧਾ ਹੋਵੇਗਾ। ਹੁਣ ਸਪੋਜ਼ ਕਰੋ ਕੋਈ ਕਰਮਚਾਰੀ 1/1/2016 ਤੋਂ ਬਾਅਦ ਰਿਟਾਇਰ ਹੋਇਆ ਹੈ ਤਾਂ ਉਸ ਕਰਮਚਾਰੀ ਦੀ 1/1/2016 ਨੂੰ ਪੇ ਰਿਵਾਈਜ਼ ਹੋਏਗੀ ਅਤੇ ਪੇ ਰਿਵਾਈਜ਼ ਹੋਣ ਤੋਂ ਬਾਅਦ ਜਿੰਨੀ ਤਨਖਾਹ ਦਾ ਵਾਧਾ ਹੋਏਗਾ ਉਸ ਦੇ ਹਿਸਾਬ ਨਾਲ ਉਸ ਕਰਮਚਾਰੀ ਦੇ ਰਿਟਾਇਰ ਹੋਣ ਸਮੇਂ ਉਸ ਦੇ ਪੈਨਸ਼ਨਰੀ ਲਾਭਾਂ ਦੇ ਵਿੱਚ ਵੀ ਉਸ ਨੂੰ ਉਸ ਵਾਧੇ ਦਾ ਲਾਭ ਦਿੱਤਾ ਜਾਵੇਗਾ, ਜਿਸ ਦੇ ਵਿੱਚ ਗ੍ਰੈਚੁਟੀ, ਲੀਵ ਇਨਕੈਸ਼ਮੈਂਟ, ਕਮਿਊਟੇਸ਼ਨ ਅਤੇ ਉਸ ਦੀ ਪੈਨਸ਼ਨ ਸ਼ਾਮਲ ਹਨ। ਜੇਕਰ ਆਪਾਂ ਉਸੇ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਇਹ ਕਰਮਚਾਰੀ 31 ਮਾਰਚ 2021 ਨੂੰ ਰਿਟਾਇਰ ਹੋ ਰਿਹਾ ਹੈ ਅਤੇ ਉਸ ਦੀ ਰਿਟਾਇਰਮੈਂਟ ਸਮੇਂ ਲਾਸਟ ਤਨਖਾਹ 62,055 ਰੁਪਏ ਹੈ। ਆਪਾਂ ਮੰਨ ਕੇ ਚੱਲਦੇ ਹਾਂ ਕਿ ਉਸ ਕਰਮਚਾਰੀ ਦੀ ਰਿਟਾਇਰਮੈਂਟ ਵੇਲੇ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਹੋਣ ਤੋਂ ਬਾਅਦ ਉਸ ਦੀ ਤਨਖਾਹ ਦੇ ਵਿੱਚ ਥੋੜਾ ਬਹੁਤ ਵਾਧਾ ਹੋਵੇਗਾ ਅਤੇ ਬੇਸਿਕ ਪੇ ਪਲੱਸ DA ਨੂੰ ਮਿਲਾ ਕੇ 31 ਮਾਰਚ 2021 ਨੂੰ ਉਸ ਦੀ ਤਨਖਾਹ 65,000 ਰੁਪਏ ਬਣ ਜਾਵੇਗੀ। ਕਰਮਚਾਰੀ ਦੇ ਛੁੱਟੀਆਂ ਦੇ ਖਾਤੇ ਦੇ ਵਿੱਚ 300 ਛੁੱਟੀਆਂ ਬਕਾਇਆ ਹਨ। ਇਸ ਨੂੰ ਜਦੋਂ ਆਪਾਂ ਲੀਵ ਇਨਕੈਸ਼ਮੈਂਟ ਦੀ ਕੈਲਕੂਲੇਸ਼ਨ ਦੇ ਫਾਰਮੂਲੇ ਦੇ ਵਿੱਚ ਭਰਾਂਗੇ ਤਾਂ 65,000 ਗੁਣਾ 300/30 ਇਸ ਹਿਸਾਬ ਨਾਲ ਉਸ ਕਰਮਚਾਰੀ ਦੀ ਲੀਵ ਇਨਕੈਸ਼ਮੈਂਟ ਦੀ ਅਦਾਇਗੀ 6,50,000 ਰੁਪਏ ਬਣਦੀ ਹੈ। ਜਦਕਿ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਹੋਣ ਤੋਂ ਪਹਿਲਾਂ ਉਸ ਕਰਮਚਾਰੀ ਨੂੰ 6,20,550 ਰੁਪਏ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਇਸ ਹਿਸਾਬ ਨਾਲ 29,450 ਰੁਪਏ ਬਕਾਇਆ ਰਕਮ ਦੀ ਅਦਾਇਗੀ ਇਸ ਕਰਮਚਾਰੀ ਨੂੰ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਹੋਣ ਤੋਂ ਬਾਅਦ ਉਸ ਸਰਕਾਰੀ ਅਦਾਰੇ ਵੱਲੋਂ ਕੀਤੀ ਜਾਵੇਗੀ। ਉਮੀਦ ਕਰਦਾ ਹਾਂ ਕਿ ਲੀਵ ਇਨਕੈਸ਼ਮੈਂਟ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਹੁਣ ਕੋਈ ਕਨਫਿਊਜ਼ਨ ਨਹੀਂ ਰਹੇਗੀ ਅਤੇ ਤੁਸੀਂ ਬੜੀ ਆਸਾਨੀ ਦੇ ਨਾਲ ਆਪਣੇ ਛੁੱਟੀਆਂ ਦੇ ਖਾਤੇ ਦੇ ਵਿੱਚ ਜਮ੍ਹਾਂ ਛੁੱਟੀਆਂ ਦੇ ਹਿਸਾਬ ਨਾਲ ਆਪਣੀ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਯੋਗ ਰਕਮ ਕੈਲਕੂਲੇਟ ਕਰ ਸਕੋਗੇ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਅੱਗੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ। ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।